ਕੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਮਹਾਰਾਜ ਜੀ ਨੇ ਆਪਾਂ ਨੂੰ ਸ਼ਸਤਰ ਬਖਸ਼ੇ ਹੈ। ਮੈਨੂੰ ਇੱਧਰ ਇੱਕ ਨੱਥੂਵਾਲ ਪਿੰਡ ਪਹਿਲਾਂ ਕਥਾ ਕਰਨ ਗਿਆ, ਉੱਥੇ ਇੱਕ ਸਿੰਘ ਕਹਿੰਦਾ ਵੀ ਸਾਡੇ ਵੱਡੇ ਵਡੇਰੇ ਬਾਬਾ ਸੁੰਦਰ ਸਿੰਘ ਜੀ ਨਾਲ ਰਹੇ ਨੇ, ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਸ਼ਸਤਰ ਮਾਂਜ ਕੇ ਰੱਖਣੇ। ਮੈਂ ਉੱਥੇ ਕਥਾ ਕਰਨ ਗਿਆ, ਸ਼ਸਤਰਾਂ ਦੀ ਗੱਲ ਚੱਲੀ, ਮੈਨੂੰ ਉਹਨੇ ਸਿੰਘ ਨੇ ਕਿਹਾ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ। ਮੈਂ ਸੁਣਾ। ਕਹਿੰਦਾ ਮੈਂ ਸ੍ਰੀ ਸਾਹਿਬ ਵੱਡੀ ਰੇਤੇ ਨਾਲ ਮਾਂਜ ਮੂੰਜ ਕੇ ਜਦ ਐ ਲਸਕਾਈ, ਕਹਿੰਦਾ ਉਹ ਚੋਂ ਇੱਕ ਹਰੀ ਜੀ ਲਾਈਟ ਨਿਕਲ ਕੇ ਨਾ ਸਾਰੇ ਮੇਰੇ ਕਮਰੇ 'ਚ ਘੁੰਮ ਕੇ ਉਹ ਫੇਰ ਉਹਦੇ 'ਚ ਹੀ ਆ ਗਈ। ਕਹਿੰਦਾ ਇਹ ਕੀ ਹੈ? ਮੈਂ ਕਿਹਾ ਇਹ ਸ਼ਸਤਰ ਹੈ, ਇਹ ਸਰਗੁਣ ਰੂਪ ਹੈ ਅਕਾਲ ਪੁਰਖ ਦਾ, ਇਹ ਜੇ ਤਾਕਤ ਹੈ ਤੈਨੂੰ ਦਿਖਾਇਆ ਵੀ ਤੁਸੀਂ ਕਹਿੰਦੇ ਸਾਡੇ ਘਰੋਂ ਦੁੱਖ ਨਹੀਂ ਜਾਂਦਾ, ਤਕਲੀਫ, ਲੋਕ ਇੱਥੇ ਮਿੰਟ 'ਚ ਜਾ ਕੇ ਗੁੱਗੇ ਨੂੰ ਮੱਥਾ ਟੇਕਦੇ ਆ, ਦਰਖਤ ਨੂੰ, ਚੰਦ ਨੂੰ, ਤਾਰਿਆਂ ਨੂੰ, ਪੱਥਰਾਂ ਨੂੰ, ਮਿੱਟੀ ਨੂੰ। ਉਹ ਖਾਲਸਾ ਉਹਦੇ ਘਰੇ ਜਿਹੜੇ ਸ਼ਸਤਰ ਪਏ ਸੀ ਰੋਜ਼ ਮਾਂਜ ਕੇ ਮੱਥਾ ਟੇਕ ਕੇ ਧੂਫ ਦੇ ਦਿਆ ਕਰੋ। ਲੋਕ ਕੋਈ ਕੰਮ ਅੜ ਗਿਆ, ਕੋਈ ਬਿਮਾਰੀ ਘਰ 'ਚ ਰਹੇਗੀ ਤਾਂ ਮੈਨੂੰ ਕਹਿ ਦਿਓ। ਜਿੱਥੋਂ ਮਿਲਣੀ ਆ ਦਾਤ ਉਹ ਚੀਜ਼ ਹੀ ਛੱਡਤੀ ਤੁਸੀਂ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਛੱਡਤੀ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣ ਵਾਲੇ ਬਹੁਤ ਮਤਲਬ ਪੋਲਾ ਜਿਹਾ ਕੱਪੜਾ ਲੈ ਕੇ ਨਾ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਤੋਂ ਲੈ ਕੇ ਕੱਲਾ ਕੱਲਾ ਪੱਤਰਾ ਸਾਰਾ ਸਾਫ਼ ਕਰਨਾ, ਸੇਵਾ ਕਰਦੇ ਸੀ। ਇਸ ਕਰਕੇ ਸੰਗਤ ਇਹ ਗੱਲ ਦਾ ਧਿਆਨ ਦਿਓ, ਹੈ ਸਭ ਕੁਛ ਘਰਮ ਹੈ, ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਏ। ਸਾਰਾ ਕੁਝ ਆਪਣੇ ਘਰ 'ਚ ਹੀ ਹੈ, ਬਸ ਦੇਖਣ ਨੂੰ ਲੱਗਦਾ। ਹੁਣ ਜਿਹੜੇ ਲੋਕ ਕਹਿੰਦੇ ਜੀ ਕਿਰਪਾਨ ਨੂੰ ਮੱਥਾ ਟੇਕਣਾ ਸ਼ਾਸਤਰਾਂ ਨੂੰ ਮਨ ਮੱਤ ਹੈ, ਇਹ ਤਾਂ ਦੇਖੋ ਜੀ ਗੱਲ ਹੈ ਵੀ ਜਿਹੜੀ ਖੇਤਾਂ 'ਚ ਮੱਟੀ ਬਣਾਈ ਹੁੰਦੀ ਆ ਉਹ ਠੀਕ ਹੈ, ਉਹਨੂੰ ਮੱਥਾ ਟੇਕੋ। ਦਰਖਤ ਨੂੰ ਮੱਥਾ ਟੇਕੋ ਜੀ। ਅੱਜ ਇਹਨਾਂ ਦੇ ਕਹੋ ਬਜ਼ੁਰਗ ਚੜ੍ਹਾਈ ਕਰਦੇ ਆ, 10-10 ਰੁਪਏ ਰੱਖ ਕੇ ਸਾਰੇ ਬਜ਼ੁਰਗ ਨੂੰ ਮੱਥਾ ਟੇਕੀ ਜਾਂਦੇ। ਕਹੂ ਬਤਾਨ ਕੋ ਪੂਜਤ ਹੈ ਪਸ, ਕੋਈ ਮਨਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਦ ਕੋਟਕਪੂਰੇ ਆਇਆ ਸੀ ਸੋ ਕਪੂਰਾ ਚੌਧਰੀ, ਵੱਡਾ ਸਾਰਾ ਚੋਗਾ ਜਿਹਾ ਪਾਇਆ ਹੋਇਆ, ਮਿੱਟੀ ਹੂੰਝਦਾ ਆਵੇ, ਧੂੜ ਉੱਡੇ। ਮਹਾਰਾਜ ਨੇ ਆਪਣਾ ਪਲੰਗ ਜਿੱਥੇ ਡਾਹਿਆ ਉਹਦੇ ਨਾਲ ਪਲੰਗ ਦੂਜਾ ਸ਼ਸਤਰਾਂ ਵਾਲਾ ਥੱਲੇ 2-2 ਇੱਟਾਂ ਰੱਖ ਕੇ ਉੱਚਾ ਚੱਕਿਆ, ਉੱਤੇ ਚਾਦਰ ਪਾਈ, ਚੌਰ ਹੋ ਰਿਹਾ ਸ਼ਸਤਰਾਂ ਨੂੰ। ਕਹਿੰਦਾ ਸ਼ਾਸਤਰਾਂ ਤੇ ਕਿਹੜਾ ਮੱਖੀਆਂ ਬਹਿੰਦੀਆਂ ਨੇ, ਤੁਸੀਂ ਇਹਨਾਂ ਨੂੰ ਚੌਰ ਕਰਾਈ ਜਾਂਦੇ ਹੋ। ਮਹਾਰਾਜ ਕਹਿੰਦੇ ਤੇਰੇ ਵਰਗਾ ਮੂਰਖ ਜਦੋਂ ਏਡੇ ਏਡੇ ਖਿਲਕੇ ਜੇ ਪਾ ਕੇ ਮਿੱਟੀ ਡਾਉਂਦਾ ਹੁੰਦਾ, ਸਾਰੇ ਸ਼ਾਸਤਰਾਂ ਤੇ ਮਿੱਟੀ ਪੈਂਦੀ ਹੈ। ਕਹਿੰਦੇ ਕਪੂਰਿਆ ਇਹ ਜਿਹੜੇ ਸ਼ਾਸਤਰ ਨੇ ਇਹ ਅਕਾਲ ਪੁਰਖ ਦਾ ਸਰਗੁਣ ਰੂਪ ਹੈ। ਸਰਗੁਣ ਰੂਪ ਦਸੇ ਸਰੂਪ ਨੇ। ਗੁਰੂ ਗ੍ਰੰਥ ਸਾਹਿਬ ਸ਼ਬਦ ਅਵਤਾਰ ਹੈ, ਇਹ ਸ਼ਬਦ ਰੂਪ ਹੈ। ਇੱਕ ਰੂਪ ਉਹਨਾਂ ਦਾ ਕੀ ਹੈ? ਸ਼ਸਤਰ। USA ਵਾਲੇ ਬੰਦਿਆਂ ਨੇ ਦਸਮ ਸਾਰਾ ਅਧਿਐਨ ਕਰਕੇ ਉਹਦੇ 'ਚ ਇੱਕ ਚੀਜ਼ ਕੱਢੀ ਵੀ 10ਵੇਂ ਪਾਤਸ਼ਾਹ ਦੀ ਫੌਜ ਜਿੱਤਦੀ ਸੀ, ਉਹ ਕਿਹੜੇ ਕਿਹੜੇ ਕਾਰਨ ਸੀ। ਉਹਨਾਂ ਨੇ ਕਾਰਨ ਲੱਭੇ। ਉਹਨਾਂ ਨੇ ਲੱਭਿਆ ਕਿ ਇਹ ਸ਼ਸਤਰ ਦੀ ਬਹੁਤ ਸਤਿਕਾਰ ਤੇ ਪੂਜਾ ਕੀਤੀ। ਤੁਸੀਂ USA ਦਾ $1 ਜੇ ਕਿਸੇ ਕੋਲ ਉਹ ਦੇਖਿਓ ਤੇ ਇੱਕ ਪਾਸੇ ਕਣਕ, ਇੱਕ ਪਾਸੇ ਤੀਰ ਏਦਾਂ ਬਣਾਏ ਨੇ, ਇੱਕ ਅੱਖ ਆ ਉਹਦੇ 'ਚ, ਬਾਜ ਹੈ, ਸਾਰਾ ਉਹ 10ਵੇਂ ਪਾਤਸ਼ਾਹ ਵਾਲਾ ਹੀ ਸਿਸਟਮ ਹੈ। ਸ਼ਸਤਰਾਂ ਦਾ ਬਹੁਤ ਸਤਿਕਾਰ ਕਰਦੇ ਆ। ਉਹ ਕਹਿੰਦੇ ਕਲਗੀਧਰ ਮਹਾਰਾਜ ਨੇ ਜਿਹੜੇ ਕਾਨੂੰਨ ਲਾਗੂ ਕੀਤੇ ਆ ਉਹਦੀ ਫੌਜ ਤੇ, ਦਸਮ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਆਪਦੀ ਫੌਜ 'ਚ ਲਾਗੂ ਕੀਤੇ ਆ। ਤੇ ਆਪਣੇ ਹੋਰ ਹੀ ਕੁਛ ਕੋਈ ਜਾਂਦੇ ਆਪਾਂ ਸਾਰੇ, ਦਸਮ ਨੇ ਐ ਨਹੀਂ, ਦਸਮ ਐ ਨਹੀਂ, ਹਲਿਆ ਕਰਕੇ ਰੌਲਾ ਪਾ ਛੱਡਣਾ ਉਹੀ ਬਸ। ਦੁਨੀਆ ਇਦਾਂ ਦੀ ਹੁੰਦੀ ਹੈ, ਇਹ ਗੱਲ ਮੰਨਦੀ ਨਹੀਂ ਹੁੰਦੀ ਛੇਤੀ। ਜਿੰਨਾ ਮਰਜ਼ੀ ਕਹੀ ਜਾਓ, ਆਪਣੀਆਂ ਮਰਜ਼ੀਆਂ ਜਿਹੜੀਆਂ ਹਰੇਕ ਕੋਈ ਕਰਦਾ, ਹਰੇਕ ਕੋਈ ਆਪਣੀ ਮਰਜ਼ੀ ਕਰਦਾ, ਫਿਰ ਮਹਾਰਾਜ ਦੇਖਦੇ ਰਹਿੰਦੇ ਆ। ਜੋ ਦੇਖਿਆ ਵੀ ਨਹੀਂ ਇਹ ਮੰਨਦੇ ਹੀ ਨਹੀਂ ਮੰਨਦੇ ਤਾਂ ਸਮਾਪਤੀ ਕਰੋ ਬਸ। ਸਾਰਾ ਕੁਝ ਸਮਾਪਤ ਕਰਕੇ ਦੀਵਾਰ ਤੋਂ ਵੀ ਹੋ ਸਕਦਾ ਹੈ।
ਫਿਰ ਸਹੀ ਢੰਗ ਦੇ ਨਾਲ ਮਰਿਆਦਾ ਜਿਹੜੀ ਆ, ਹੁਣ ਉਹਨਾਂ ਨੇ ਜੋ ਸ਼ੁਰੂ ਕੀਤੀ ਸੀ ਉਹ ਮੈਨੂੰ ਇਸ ਵਕਤ ਤੱਕ ਕੁਝ ਵੀ ਨਹੀਂ ਨਜ਼ਰ ਆ ਰਿਹਾ ਉਹਦੇ ਵਿੱਚ। ਜਿਹੜੀ ਗੱਲ ਕਹਿੰਦੇ ਉਹ ਹਟਦੇ ਹੀ ਨਹੀਂ। ਫਿਰ ਮਹਾਰਾਜ ਕਹਿੰਦੇ ਲੈਣਾ ਵੀ ਕੀ ਹੈ ਜਦੋਂ ਇਹਨਾਂ ਨੂੰ ਸਮਾਪਤ ਕਰੋ। ਇਸ ਕਰਕੇ ਆ ਵੀ ਮਰਿਆਦਾ ਜਿਹੜੀ ਆ ਉਹ ਬਾਬਾ ਦੀਪ ਸਿੰਘ ਜੀ ਨੂੰ ਕਲਗੀਧਰ ਮਹਾਰਾਜ ਨੇ ਕਿਹਾ ਵੀ ਪਿੰਡ ਜਾਣਾ ਹੈ, ਸੁਚਮ ਰੱਖਣੀ ਹੈ, ਨਿਤਨੇਮ ਪੂਰਾ ਕਰਨਾ ਹੈ, ਅੰਮ੍ਰਿਤ ਸੰਚਾਰ ਕਰਨਾ ਹੈ, ਅੰਮ੍ਰਿਤ ਪ੍ਰਚਾਰ ਕਰਨਾ ਇਲਾਕੇ ਵਿੱਚ, ਤੇ ਰਹਿਤ ਵਿੱਚ ਪੂਰੇ ਰਹਿਣਾ। 10 ਦਿਨ 15 ਦਿਨ ਜਿੰਨਾ ਮਾਤਾ ਪਿਤਾ ਕਹਿਣਗੇ ਲਾ ਕੇ ਫਿਰ ਮੁੜ ਆਉਣਾ। ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਆਪ ਜੀ ਦੀ ਸੇਵਾ ਲਾਈ। ਉੱਥੇ ਜਦੋਂ ਸ੍ਰੀ ਦਮਦਮਾ ਸਾਹਿਬ ਜਾਂਦੇ ਆ, ਬਾਬਾ ਜੀ ਦਾ ਬੁਰਜ ਹੈ, ਉਹਦੇ ਵਿੱਚ ਦੇਖੋ ਬਾਬਾ ਜੀ ਦਾ ਸਥਾਨ ਹੈ। ਉੱਥੇ ਬਾਬਾ ਜੀ ਛੋਲੇ ਛਕਦੇ ਰਹੇ ਨੇ, ਔਰ ਨਾਲ ਨਾਲ ਉਹਦੇ ਵਿੱਚ ਘੜਿਆਂ ਦੇ ਵਿੱਚ ਪਾਣੀ ਛੋਲੇ ਉਹ ਹੁਣ ਤੱਕ ਹਾਜ਼ਰ ਹੈ। ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਹਿ ਵੀ ਦਿੰਦੇ ਨੇ, ਜੇ ਚਲੋ ਆਪਣੇ ਸਵਾਦ ਲਈ ਭਾਵੇਂ ਕਹਿਣ ਉੱਥੇ ਇੱਕ ਘੜਾ ਫਿਰ ਇਹ ਵੀ ਹੋਣਾ ਚਾਹੀਦਾ ਵੀ ਇਹ 'ਚ ਬਾਬਾ ਜੀ ਮੀਟ ਰੱਖਦੇ ਹੁੰਦੇ ਸੀ, ਇਹ 'ਚ ਤਰੀ ਰੱਖਦੇ ਹੁੰਦੇ ਸੀ। ਜੇ ਛੋਲੇ ਰੱਖੇ ਤਾਂ ਛੋਲਿਆਂ ਵਾਲਾ ਹੀ ਘੜਾ ਉੱਥੇ ਬਸ, ਜੇ ਪਾਣੀ ਰੱਖਿਆ ਤਾਂ ਪਾਣੀ ਵਾਲਾ ਹੀ ਘੜਾ। ਇੱਕ ਮਹਾਂਪੁਰਖ ਸੀ ਬੰਬੇ ਕਥਾ ਕਰਦੇ, ਮੈਨੂੰ ਗੱਲ ਵਧੀਆ ਲੱਗੀ। ਕਹਿੰਦੇ ਉੱਥੋਂ ਦੇ ਲੋਕ ਮੀਟ ਬਹੁਤ ਖਾਂਦੇ ਬੰਬੇ ਦੇ। ਉਹ ਕਹਿੰਦੇ ਜੀ ਮਹਾਰਾਜ ਨੇ ਝਟਕੇ ਦਾ ਹੁਕਮ ਕੀਤਾ, ਕਹਿੰਦਾ ਗੁਰਦੁਆਰਾ ਝਟਕਾ ਸਰ, ਤਰੀ ਸਰ, ਆਂਡਾ ਸਰ, ਕੁੱਕੜ ਸਰ, ਮੁਰਗਾ ਸਰ, ਤਾਂ ਬੱਕਰਾ ਸਰ ਕੋਈ ਹੈ? ਗੁਰਦੁਆਰਾ ਹੱਡੀ ਸਾਹਿਬ ਹੈ ਕੋਈ? ਕਹਿੰਦਾ ਜੀ ਹੈ ਨਹੀਂ। ਰਕਾਬ ਸਾਹਿਬ ਤਾਂ ਹੈ, ਕੂਣੀ ਸਾਹਿਬ ਹੈਗਾ, ਗੁਰਦੁਆਰਾ ਕੰਗਾ ਸਾਹਿਬ ਹੈਗਾ। ਇਹ ਤੁਸੀਂ ਫਿਰ ਜੇ ਕੋਈ ਹੁੰਦੀ ਗੱਲ ਤਾਂ ਇਤਿਹਾਸਕ ਗਵਾਹੀ ਵੀ ਹੁੰਦੀ ਉੱਥੇ। ਗੁਰਦੁਆਰਾ ਕੇਸਗੜ੍ਹ ਸਾਹਿਬ ਤਖਤ ਸਾਹਿਬ ਦਾ ਨਾਂ ਹੈ, ਨਾ ਕਿ ਉੱਥੇ ਕਹੇ ਸੀ 5 ਬੱਕਰੇ ਵੱਢਿਆ ਫਿਰ ਬੱਕਰਾ ਸਰ ਹੁੰਦਾ, ਉਹ ਕੇਸਗੜ੍ਹ ਨਾ ਹੁੰਦਾ ਉਹਦਾ ਨਾਂ। ਫਿਰ ਉਹ ਮਿੰਗਣਾ ਵੀ ਸਾਂਭ ਕੇ ਰੱਖੀਆਂ ਹੁੰਦੀਆਂ, ਵੀ ਇੱਥੇ ਆ ਮਿੰਗਣਾ ਪਈਆਂ ਜੀ, ਇੱਥੇ ਬੱਕਰੇ ਵੱਢੇ ਗਏ ਸੀ, ਇੱਥੇ ਖੂਨ ਡੁੱਲਿਆ ਸੀ। ਇਹ ਬਾਅਦ ਵਿੱਚ ਇਤਿਹਾਸ ਨੂੰ ਫਿਰ ਜਿਹੜੇ ਬਦਲਣ ਵਾਲੇ ਲੋਕ, ਮੈਂ ਪੁਰਾਣੀ ਗੱਲ ਛੱਡੋ, ਮੈਂ ਹੁਣ ਸੰਤਾਂ ਨਾਲ 74 ਤੋਂ ਲੈ ਕੇ 84 ਤੱਕ, 84 ਤੋਂ ਲੈ ਕੇ ਹੁਣ ਤੱਕ ਮੇਰੇ ਹੁੰਦਿਆਂ ਇਤਿਹਾਸ ਬਦਲ ਗਿਆ ਸਾਰਾ। ਨਾ ਥੋੜੇ ਟਾਈਮ ਵਿੱਚ ਹੀ ਲੋਕ ਹੋਰ ਹੀ ਗੱਲਾਂ ਕਰੀ ਜਾਂਦੇ ਆ। ਮੈਂ ਅੱਛਾ ਵੀ ਐਂ ਬਦਲਦੇ ਲੋਕ, ਆਪਣੇ ਹਿਸਾਬ ਨਾਲ ਹੀ ਸੰਤਾਂ ਦਾ ਇਤਿਹਾਸ ਹੀ ਬਦਲਦਾ, ਸਾਰਾ ਇਤਿਹਾਸ ਹੀ ਖਤਮ ਕਰਤਾ। ਜੋ ਮੇਰੇ ਸਾਹਮਣੇ ਹੋਇਆ ਉਹ ਜੇ ਮੈਂ ਸੁਣਾਵਾਂ ਮੈਨੂੰ ਗਾਲਾਂ ਕੱਢਣਗੇ ਅਗਲੇ। ਨਹੀਂ ਉਹ ਨਹੀਂ, ਤੇਰੀ ਗੱਲ ਨਹੀਂ ਸਹੀ ਹੈ, ਉਹ ਗੱਲ ਸਹੀ ਹੈ ਜੋ ਅਸੀਂ ਬਣਾਈ ਹੈ, ਬਸ ਤੂੰ ਇਹਨੂੰ ਹੀ ਹਾਂ ਕਰ। ਜੋ ਮੈਂ ਸਾਰਾ ਕੁਝ ਜਾਣਦਾ ਉਹ ਸੁਣਦਾ ਹੀ ਨਹੀਂ ਕੋਈ। ਉਹ ਕਹਿੰਦਾ ਨਹੀਂ ਉਹ ਨਹੀਂ ਹੈ, ਕਿਤਾਬ 'ਚ ਲਿਖਿਆ ਹੋਇਆ। ਏਦਾਂ ਕਿਤਾਬ ਨੂੰ ਲੋਕ ਜ਼ਿਆਦਾ ਮੰਨਦੇ ਆ, ਅਖਬਾਰ 'ਚ ਲਿਖ ਦੋ ਉਹਨੂੰ ਜ਼ਿਆਦਾ ਮੰਨਦੇ ਆ। ਸੋ ਇਸ ਕਰਕੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਖ ਸ਼ਖਸੀਅਤਾਂ ਪੁਸਤਕ ਲਿਖੀ ਹੈ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦਾ 2 ਪੇਜਾਂ ਦਾ ਹੀ ਲਿਖਿਆ, ਉਹਨਾਂ ਨੇ ਬੜੀ ਸੋਹਣੀ ਆਸਥਾ ਵਾਲੀ ਚੀਜ਼ ਲਿਖੀ ਆ। ਉਹ ਕਹਿੰਦੇ ਇਸ ਗੱਲ ਦੇ ਉੱਤੇ ਸਾਰੇ ਵੈਸੇ ਰੌਲਾ ਪਾ ਕੇ ਬੈਠੇ, ਸੀਸ ਨਹੀਂ ਲੱਥਾ। ਕਹਿੰਦੇ ਸੰਸਕਾਰ ਤਾਂ ਧੜ ਦਾ ਤਾਂ ਹੋਇਆ ਇੱਧਰ ਰਾਮਸਰ ਸਾਹਿਬ ਵੱਲ, ਤੇ ਸੀਸ ਜਿਹੜਾ ਉਹ ਪ੍ਰਕਰਮਾਂ ਦੇ। ਕਹਿੰਦੇ ਜ਼ਖਮ, ਤੁਸੀਂ ਕਹਿੰਦੇ ਜ਼ਖਮ ਹੋ ਗਿਆ, ਜੇ ਜ਼ਖਮ ਹੋ ਗਿਆ ਤਾਂ ਫਿਰ 2 ਥਾਂ ਕਿਵੇਂ ਹੋ ਗਿਆ ਸਾਰਾ ਕੁਝ? ਉਹਨਾਂ ਨੇ ਬੜੀ ਸੋਹਣੀ ਦਲੀਲ ਦਿੱਤੀ ਹੈ। ਇਸ ਕਰਕੇ ਇਹ ਗੱਲ ਨੂੰ ਮੈਂ ਵੀ ਤੁਹਾਨੂੰ ਕਹਿਣਾ ਵੀ, ਕਹਿੰਦੇ ਜੇ ਉੱਥੇ ਇੱਕ ਫੱਟ ਲੱਗ ਗਿਆ, ਬਾਬਾ ਜੀ ਨੇ ਹੱਥ ਰੱਖ ਲਿਆ, ਕਰਦੇ ਕਰਦੇ ਫਿਰ ਆ ਕੇ ਆਪ ਹੀ ਲਿਖ ਦੇਣਗੇ। ਫਿਰ ਬਾਬਾ ਜੀ ਨੇ ਪ੍ਰਕਰਮਾਂ 'ਚ ਸੀਸ ਭੇਟਾ ਕਰਤਾ, ਫਿਰ ਆਪ ਵੱਢ ਕੇ ਕੀਤਾ। ਇਹਦਾ ਮਤਲਬ ਪਹਿਲਾਂ ਲੱਥਾ ਨਹੀਂ ਸੀ। ਇਹਨਾਂ ਗੱਲਾਂ ਦਾ ਵਿਚਾਰ ਕਰਨੀ ਹੈ। ਰਹਿ ਰਾਸ ਜਿਹੜੀ ਚੀਜ਼ ਸਾਨੂੰ ਰੋਜ਼ ਫਾਇਦਾ ਦਿੰਦੀ ਆ ਉਹ ਕੱਟਦੀ। ਤੇਰਾ ਕੀਤਾ ਜਾਤੋਂ ਨਹੀਂ। ਅੱਗੇ ਜੇ ਉਹ ਇੱਕ ਸ਼ਬਦ ਵੀ ਅਸ ਕਰੋੜਾਂ ਸਿੱਖ ਪੜ੍ਹਦੇ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਹੇ ਭੌਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਏ। ਇਹ ਸਾਰਾ ਅੰਤਰ ਗੁਰ ਅਰਾਧ ਨਾ ਜਿਹਵਾ ਜਪ ਗੁਰ ਨਾਉ। ਅੱਗੇ ਮਹੱਲਾ 5ਵਾਂ ਰੱਖੇ ਰੱਖਣ ਹਾਰ। ਇਹ ਅਸਲੀ ਚੀਜ਼ ਇਹ ਆ।
रखे रखनहार आप उबारन, गुर की पैरी पाए काज सवारन, हुआ आप दयाल मनु ना विसारन, साध जना के संग भवजल तारन, साकत निंदक दुष्ट खिन माहे बिदारन, तिस साहिब की टेक नानक मनै माहे, जे सिमर सुख होए सगले दूज। बाबा दीप सिंह ने जी पंज ग्रंथी लिखी है, वो टकसाल विच हुण भी पंज ग्रंथी तो उसे का ही पाठ हुंदा सारे हो, पर चल तो वही आ, ਉਹੀ ਮਿਲਦੀ ਆਪਾਂ ਨੂੰ ਹੁਣ। ਪੁਰਾਣੇ ਸਿੰਘ ਟਕਸਾਲ ਦੇ ਜਿੰਨੇ ਵੀ ਸੀ ਉਹ ਪੰਜ ਗ੍ਰੰਥੀ ਲਗਭਗ ਕੰਠੀ ਹੁੰਦੀ ਸੀ। ਪਹਿਲੇ ਪਾਤਸ਼ਾਹ ਵੇਲੇ ਜਪਜੀ ਸਾਹਿਬ ਦਾ ਪਾਠ, ਰਹਿ ਰਾਸ ਦੇ ਜਿੰਨੇ ਸੋਹਲਾ ਸਾਹਿਬ ਦੇ ਸ਼ਬਦ ਸੀ, ਜਿੰਨਾ ਉਹਦੇ ਵਿੱਚ ਦੱਖਣੀ ਓਂਕਾਰ, ਸਿੱਧ ਗੋਸ਼ਟ, ਫਿਰ ਉਸ ਤੋਂ ਬਾਅਦ ਮਹਾਰਾਜ ਤੀਜੇ ਪਾਤਸ਼ਾਹ ਦਾ ਆਨੰਦ ਸਾਹਿਬ ਦੀ ਬਾਣੀ ਵਿੱਚ ਪਾਈ ਗਈ। ਕਿਉਂਕਿ देखो पंज ग्रंथी विच आनंद साहब पहला तो ही मौजूद रहा, तीजे पातशाह वेले तो लैके फिर श्री सुखमनी साहब का पाठ, ये पंज ग्रंथी च पहले पातशाह वेले तो ही आसा दी वार पहले ही पा दी सी। फिर श्री सुखमनी साहब 52 अखरी पंजवें पातशाह ने विच पाई। इउं ये पंज ग्रंथी दियां 10 बाणियां कुल टोटल जिहड़ियां सी, ਹੁਣ ਜਿਵੇਂ ਅੱਜ ਦੇਖੀਏ ਤਾਂ ਜਪਜੀ ਸਾਹਿਬ, ਸ਼ਬਦ ਹਜ਼ਾਰੇ, ਰਹਿ ਰਾਸ, ਕੀਰਤਨ ਸੋਲਾ। ਹੁਣ ਕਈ ਪੰਜ ਗ੍ਰੰਥੀ ਵਾਲੇ ਪੁੱਛ ਲੈਂਦੇ ਨੇ ਵੀ ਇਹ ਰਹਿ ਰਾਸ ਫਿਰ ਜਿਹੜੀ ਇਹ ਚ ਆਈ ਆ ਉਹ ਸਵੇਰੇ ਹੀ ਕਰ ਲਈਏ, ਫਿਰ ਹੁਣ ਸੋਲਾ ਵੀ ਸਵੇਰੇ ਪੜ੍ਹ ਲਈਏ। ਮੈਂ ਕਿਹਾ ਇਹ ਪੰਜ ਗ੍ਰੰਥੀ ਹੈ। ਕਹਿੰਦੇ ਸੋਲਾ ਨਾਲੇ ਰਾਤ ਨੂੰ ਪੜ੍ਹੀ ਦਾ। ਮੈਂ ਕਿਹਾ ਇਹ ਤਾਂ ਜਦ ਅਖੰਡ ਪਾਠ ਆਰੰਭ ਹੁੰਦਾ, ਆਰੰਭ ਵਿੱਚ ਹੀ ਰਹਿ ਰਾਸ ਤੇ ਸੋਲਾ ਪੜ੍ਹਦੇ ਹੋ, ਫਿਰ ਨਾ ਪੜ੍ਹਿਆ ਕਰੋ। ਕਹਿੰਦੇ ਇਹ ਵੀ ਗੱਲ ਠੀਕ ਆ। ਇੱਕ ਬੰਦਾ ਕਹਿੰਦਾ ਆਸਾ ਦੀ ਵਾਰ ਕਦੋਂ ਪੜ੍ਹਨੀ ਚਾਹੀਦੀ ਹੈ? ਮੈਨੂੰ ਕਹਿੰਦਾ 12 ਵਜੇ ਤੱਕ, ਕਹਿੰਦੇ ਬਾਤ ਨਹੀਂ ਪੜ੍ਹਨੀ ਚਾਹੀਦੀ। ਮੈਂ ਕਿਹਾ ਆਸਾ ਦੀ ਵਾਰ ਦਾ ਕੀਰਤਨ, ਆਸਾ ਰਾਗ, ਇਹਦਾ ਟਾਈਮ ਹੈ। ਆਸਾ ਦੀ ਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਵਿੱਚ ਰਾਤ ਨੂੰ 10 ਵਜੇ ਆਉਂਦੀ ਹੈ। ਫਿਰ ਤਾਂ ਆਪਾਂ ਕਹਾਂਗੇ ਅਸੀਂ ਰਾਤ ਨੂੰ ਆਸਾ ਦੀ ਵਾਰ ਪੜ੍ਹਨੀ। ਚੀਜ਼ ਨੂੰ ਬਹੁਤ ਬਰੀਕੀ ਨਾਲ ਸਮਝਿਆ ਜਾਂਦਾ। ਟਕਸਾਲ ਇਸੇ ਨੂੰ ਕਹਿੰਦੇ ਆ। ਟਕਸਾਲ ਹਰ ਗੱਲ ਦੀ ਬਰੀਕੀ ਨੂੰ ਪਕੜਦੀ ਆ। ਕਿਉਂਕਿ ਜਿੰਨੇ ਵੀ ਹੁਣ ਸਾਧੂ ਹੋਏ ਨੇ ਦੁਨੀਆ ਤੇ, ਮਹਾਤਮਾ ਆਏ ਨੇ, ਸੰਪਰਦਾਵਾਂ ਚੱਲੀਆਂ ਨੇ, ਜੀ ਆਇਆਂ ਨੂੰ ਆ, ਬ੍ਰਹਮ ਗਿਆਨੀ ਨੇ, ਸਭ ਠੀਕ ਹੈ। ਪਰ ਕਲਗੀਧਰ ਮਹਾਰਾਜ ਕਹਿੰਦੇ ਮਰਿਆਦਾਵਾਂ ਨਹੀਂ ਠੀਕ ਰੱਖੀਆਂ ਇਹਨਾਂ ਨੇ। ਮਰਿਆਦਾ ਕਹਿੰਦੇ ਜਿਹੜੀ ਅਸੀਂ ਇੱਕ ਚਲਾਈ ਸੀ ਟਕਸਾਲ ਦੀ, ਹੁਣ ਇਹਨੇ ਆਹ ਕਰਤੀ, ਉਹਨੇ ਉਹ ਕਰਤੀ, ਉਹਨੇ ਉਹ ਕਰਤੀ, ਉਹਨੇ ਕਿਰਪਾਨ ਲਾਤੀ, ਕਿਸੇ ਨੇ ਨਿਤਨੇਮ ਚ ਇੱਧਰ ਉੱਧਰ ਕਰਤਾ ਕੰਮ। ਜਦ ਹੁਣ ਭੇਜਣੇ ਨੇ ਸਾਰੇ ਮਹਾਤਮਾ, ਹੁਣ ਉਹੀ ਭੇਜਣੇ ਨੇ ਜਿਹੜੇ ਇੱਕ ਮਰਿਆਦਾ ਨੂੰ ਹੀ ਫੋਲੋ ਕਰਨਗੇ, ਸਾਰੇ ਅਲੱਗ-ਅਲੱਗ ਨਹੀਂ ਚਲਾਉਣਗੇ। ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਹੈ, ਹਰੇਕ ਆਪਣੀ ਆਪਣੀ ਸ਼ੁਰੂ ਕਰ ਦਿੰਦਾ ਆ ਕੇ ਦੁਨੀਆ ਦੇ ਉੱਤੇ। ਜਦੋਂ ਆਪਣੀ ਆਪਣੀ ਸ਼ੁਰੂ ਕਰਦਾ ਉਹ ਮਰਿਆਦਾ ਸਾਰੀ ਹਿੱਲ ਜਾਂਦੀ। ਫਿਰ